ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਚੰਡੀਗੜ੍ਹ ਯੂਨੀਵਰਸਿਟੀ ਸਟੂਡੈਂਟਸ ਦੇ ਲਈ ਇੱਕ ਨਵੀਂ ਸਕੀਮ ਲੈ ਕੇ ਆਈ ਹੈ, ਜਿਸ ਸਕੀਮ ਦਾ ਨਾਮ ਹੈ ਫਾਈਨੈਂਸ਼ੀਅਲ ਏਡ ਸਕੀਮ। ਇਹ ਸਕੀਮ ਬੱਚਿਆਂ ਲਈ ਕਿਵੇਂ ਲਾਹੇਵੰਦ ਸਿੱਧ ਹੋਏਗੀ, ਇਹ ਸਕੀਮ ਕੰਮ ਕਿਸ ਤਰੀਕੇ ਨਾਲ ਕਰੇਗੀ, ਇਸੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਜੀ ਨੇ। ਸੰਧੂ ਸਾਹਿਬ, ਇਹ ਜੋ ਸਕੀਮ ਹੈਗੀ ਆ ਕਿਸ ਤਰੀਕੇ ਨਾਲ ਇਹ ਕੰਮ ਕਰੇਗੀ, ਕੀ ਇਸ ਦਾ ਪੈਟਰਨ ਰਹੇਗਾ, ਬੈਨੀਫਿਟ ਕਿਵੇਂ ਹੋਣਗੇ ਸਟੂਡੈਂਟਸ? ਇਹ ਜੀ ਚੰਡੀਗੜ੍ਹ ਯੂਨੀਵਰਸਿਟੀ ਦਾ ਇੱਕ ਬਹੁਤ ਨਿਮਾਣਾ ਜਿਹਾ ਯਤਨ ਹੈ ਕਿ ਜਿਹੜੇ ਵਿਦਿਆਰਥੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਨੇ ਲੇਕਿਨ ਬਹੁਤ ਹੋਣਹਾਰ ਨੇ, ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਵਿਦਿਆਰਥੀ ਇਸ ਸਾਲ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ ਔਰ ਉਸ ਨੂੰ ਅਸੀਂ ਉਸ ਦੇ ਹੱਥ ਫੜੀਏ ਔਰ ਉਸ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕੇ। ਔਰ ਇਸ ਦੇ ਵਾਸਤੇ ਕੋਈ ਬਹੁਤ ਹੀ ਸਰਲ ਜਿਹੜਾ ਵਿਧੀ ਅਪਣਾਈ ਗਈ ਹੈ ਔਰ ਇਸ ਦੇ ਵਿੱਚ ਅਸੀਂ ਆਨਲਾਈਨ ਪੋਰਟਲ ਅੱਜ ਲਾਂਚ ਕੀਤਾ। ਜਿਵੇਂ ਤੁਸੀਂ ਦੱਸਿਆ ਕਿ ਇਹ ਵੈਬਸਾਈਟ ਹੈ, ਵੈਬਸਾਈਟ 'ਤੇ ਜਾ ਕੇ ਬੱਚੇ ਨੇ ਇੱਕ ਐਪਲੀਕੇਸ਼ਨ ਫਿਲ ਕਰਨੀ ਹੈ ਔਰ ਐਪਲੀਕੇਸ਼ਨ ਦੇ ਬੇਸ 'ਤੇ ਅਸੈਸ ਕੀਤਾ ਜਾਊਗਾ ਕਿ ਉਸ ਦੀਆਂ ਵਿੱਤੀ ਲੋੜਾਂ ਕੀ ਨੇ, ਵਿੱਤੀ ਚੁਣੌਤੀਆਂ ਕੀ ਨੇ ਔਰ ਬੱਚੇ ਦਾ ਅਕੈਡਮਿਕ ਪਰਫਾਰਮੈਂਸ ਜਿਹੜਾ ਹੈਗਾ ਉਹ ਕੀ ਹੈ। ਅਗਰ ਤਾਂ ਉਸਦੇ ਕੋਈ ਪੁਰਾਣੇ ਐਗਜ਼ਾਮ ਦਾ ਰਿਜ਼ਲਟ ਅੱਛਾ ਆਇਆ ਹੋਇਆ, ਉਸ ਦੇ ਬੇਸ 'ਤੇ ਉਹਦੀ ਮੈਰਿਟ ਨਿਰਧਾਰਿਤ ਕੀਤੀ ਜਾ ਸਕਦੀ ਹੈ ਔਰ ਅਗਰ ਨਹੀਂ ਹੈ ਤਾਂ ਯੂਨੀਵਰਸਿਟੀ ਆਪਣੇ ਵੱਲੋਂ ਉਹਦਾ ਐਗਜ਼ਾਮ ਲੈ ਕੇ ਚੈੱਕ ਕਰੇਗੀ ਕਿ ਉਹ ਵਾਕਿਆ ਹੀ, ਕਿਉਂਕਿ ਇਹ ਜਿਹੜਾ ਪੈਸਾ ਹੈ 48 ਕਰੋੜ ਰੁਪਇਆ, ਇਹ ਬਾਕੀ ਬੱਚਿਆਂ ਦੀ ਫੀਸ ਵਿੱਚੋਂ ਔਰ ਖਰਚਿਆਂ 'ਚੋਂ ਕਟੌਤੀ ਕਰਕੇ ਇਹ ਵਿਵਸਥਾ ਕੀਤੀ ਗਈ ਹੈ ਕਿ ਅਸੀਂ ਜਿਹੜੇ ਸਮਰੱਥ ਬੱਚੇ ਨੇ, ਜਿਹੜੇ ਸਮਰੱਥ ਮਾਪੇ ਨੇ, ਉਹਨਾਂ ਤੋਂ ਪੂਰੀ ਫੀਸ ਲੈ ਲਈ ਜਾਵੇ ਔਰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਮਦਦ ਕੀਤੀ ਜਾਵੇ। ਲੇਕਿਨ ਇਹ ਪੈਸਾ ਉਹਨਾਂ ਵਿਦਿਆਰਥੀਆਂ 'ਤੇ ਖਰਚ ਕੀਤਾ ਜਾਵੇ ਜਿਹੜੇ ਡਿਜ਼ਰਵ ਕਰਦੇ ਨੇ, ਜਿਹੜੇ ਅਸੀਂ ਸਮਝਦੇ ਹਾਂ ਕਿ ਜਿਹੜੇ ਮਹਾਂਮਾਰੀ ਦੇ ਵਕਤੀ ਪ੍ਰਭਾਵ ਨੇ ਉਹ ਤਾਂ ਬਹੁਤ ਛੇਤੀ ਰਿਕਵਰ ਕਰ ਜਾਵਾਂਗੇ, ਲੇਕਿਨ ਦੂਰ ਵਕਤੀ ਪ੍ਰਭਾਵ ਨੇ ਕਿ ਅਗਰ ਅਸੀਂ ਆਪਣਾ ਭਵਿੱਖ ਨਾ ਬਚਾ ਸਕੇ। ਅੱਜ ਸਭ ਤੋਂ ਵੱਡੀ ਜਿਹੜੀ ਮੈਂ ਕਹਿੰਦਾ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਆਉਣ ਵਾਲੇ ਸਾਡਾ ਭਵਿੱਖ ਨੌਜਵਾਨ ਹੈਗੇ, ਅਗਰ ਕੋਈ ਐਸਾ ਬੱਚਾ ਅਬਦੁਲ ਕਲਾਮ ਵਰਗਾ ਕਿ ਅੱਜ ਗਰੀਬੀ ਦੇ ਕਾਰਨ ਉਹ ਰਹਿ ਗਿਆ, ਕੱਲ੍ਹ ਨੂੰ ਉਹਨੇ ਦੇਸ਼ ਦੀ ਅਗਵਾਈ ਕਰਨੀ ਹੈ, ਸਮਾਜ ਦੀ ਅਗਵਾਈ ਕਰਨੀ ਹੈ, ਬਹੁਤ ਵੱਡੀ ਇੰਡਸਟਰੀ ਖੜੀ ਕਰਨੀ ਹੈ ਔਰ ਅੱਜ ਉਹ ਅਪਰਚੁਨਿਟੀ ਮਿਸ ਕਰ ਗਿਆ ਤਾਂ ਸ਼ਾਇਦ ਸਮਾਜ ਦਾ ਦੂਰ ਵਕਤੀ ਬਹੁਤ ਵੱਡਾ ਪ੍ਰਭਾਵ ਉਹ ਸਾਡੇ ਉੱਪਰ ਪਏਗਾ। ਔਰ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਬੜੇ ਸੀਮਿਤ ਸਾਧਨ ਹੈ, ਬੜਾ ਨਿਮਾਣਾ ਜਿਹਾ ਯਤਨ ਕੀਤਾ। ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ ਜਿਹੜੇ ਲੋੜਵੰਦ ਨੇ, ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿੰਨਾ ਵੀ ਕਰ ਸਕਦੇ ਹਾਂ ਉਹ ਅਸੀਂ ਇਸ ਸਕੀਮ ਦੇ ਰਾਹੀਂ, ਫਾਈਨੈਂਸ਼ੀਅਲ ਏਡ ਦੇ ਰਾਹੀਂ ਕਰੀਏ। ਔਰ ਅਸੀਂ ਆਪਣੇ 48 ਕਰੋੜ ਤੋਂ ਇਲਾਵਾ ਅਸੀਂ ਕੁਝ ਬੈਂਕਾਂ ਦੇ ਨਾਲ ਟਾਈ ਅਪ ਵੀ ਕੀਤਾ, ਜਿਹੜੇ ਨੈਸ਼ਨਲ ਬੈਂਕ ਨੇ, ਉਹਨਾਂ ਤੋਂ ਵੀ ਅਸੀਂ ਬੱਚਿਆਂ ਨੂੰ ਸਟੱਡੀ ਲੋਨ ਜਾਂ ਬਾਕੀ ਚੀਜ਼ਾਂ, ਕਿ ਸਾਡੀ ਕੋਸ਼ਿਸ਼ ਹੈ ਕਿ ਕੋਈ ਬੱਚਾ ਪੜ੍ਹਾਈ ਤੋਂ ਪਿੱਛੇ ਨਾ ਰਹਿ ਜਾਵੇ। ਜਿੰਨਾ ਅਸੀਂ ਖੁਦ ਕਰ ਸਕਦੇ ਖੁਦ ਕਰਾਂਗੇ, ਬਾਕੀ ਅਸੀਂ ਬੈਂਕਾਂ ਤੋਂ ਉਹਨਾਂ ਦਾ ਜਿਹੜਾ ਸਟੱਡੀ ਲੋਨ ਵਗੈਰਾ ਕਰਵਾ ਕੇ ਉਹਨਾਂ ਦੀ ਹੈਲਪ ਕਰਾਂਗੇ। ਰਾਈਟ, ਬੱਚਿਆਂ ਲਈ ਇਹ ਨੋ ਡਾਊਟ ਹੈ ਇਹ ਬਹੁਤ ਲਾਹੇਵੰਦ ਹੋਏਗਾ। ਕਿ ਕੈਟੇਗਰੀ ਬਣਾਈ ਗਈ ਹੈ ਕਿ ਅਲੱਗ-ਅਲੱਗ ਕੈਟੇਗਰੀਜ਼ ਦੇ ਵਿੱਚ ਅਪਲਾਈ ਕਰਨਾ ਪਏਗਾ ਬੱਚਿਆਂ ਨੂੰ? ਨਹੀਂ, ਕੈਟੇਗਰੀ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਦੋ ਹੀ ਮਾਪਦੰਡ ਨੇ। ਪਹਿਲਾ ਮਾਪਦੰਡ ਹੈ ਕਿ ਆਰਥਿਕ ਸੰਕਟ ਹੈ ਕਿ ਨਹੀਂ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਮਾਪੇ ਹੈ ਪ੍ਰਾਈਵੇਟ ਜੋਬ ਕਰਦੇ ਸੀ, ਜੋਬ ਚਲੀ ਗਈ, ਬਹੁਤ ਸਾਰਿਆਂ ਦੇ ਛੋਟੇ ਕਾਰੋਬਾਰ ਸੀ, ਕਾਰੋਬਾਰ ਬੰਦ ਹੋ ਗਏ, ਉਹਨਾਂ ਦਾ ਘਰ ਚਲਾਉਣਾ ਵੀ ਮੁਸ਼ਕਲ ਹੋ ਗਿਆ, ਲੇਕਿਨ ਬੱਚਾ ਬਹੁਤ ਹੁਸ਼ਿਆਰ ਹੈ। ਤਾਂ ਉਹਨਾਂ ਦੋਨਾਂ ਚੀਜ਼ਾਂ ਨੂੰ ਅਸੈਸ ਕਰਨ ਵਾਸਤੇ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਹਰ ਐਪਲੀਕੇਸ਼ਨ ਨੂੰ ਅਸੈਸ ਕਰੇਗੀ, ਇਵੈਲੂਏਟ ਕਰੇਗੀ ਔਰ ਉਸ ਇਵੈਲੂਏਸ਼ਨ ਦੇ ਬੇਸ 'ਤੇ ਡਿਸਾਈਡ ਕੀਤਾ ਜਾਏਗਾ ਕਿ ਇਸ ਬੱਚੇ ਦੀ ਕਿੰਨੀ ਮਦਦ ਕਰ ਸਕਦੇ ਹਾਂ। ਕਾਸਟ ਦੇ ਹਿਸਾਬ 'ਤੇ ਵੀ ਆ ਜਾਂ ਫਿਰ ਸਿਰਫ ਫਾਈਨੈਂਸ਼ੀਅਲ ਕੰਡੀਸ਼ਨ ਦੇ ਹਿਸਾਬ? ਇਹ ਸਕੀਮ ਜਿਹੜੀ ਆ ਬਿਲਕੁਲ ਆਰਥਿਕ ਆਧਾਰ 'ਤੇ ਹੈਗੀ ਆ, ਇਹ ਵਿੱਤੀ ਆਧਾਰ 'ਤੇ ਹੈ ਜਾਂ ਬੱਚੇ ਦੀ ਪੜ੍ਹਾਈ ਦੇ ਜਾਂ ਉਹਦੇ ਪੋਟੈਂਸ਼ੀਅਲ ਦੇ ਆਧਾਰ 'ਤੇ ਹੈਗੀ ਆ। ਕਈ ਵਾਰ ਇਹ ਹੁੰਦਾ ਨਾ ਕਿ ਐਸਸੀ ਬੱਚੇ ਨੂੰ, ਬੀਸੀ ਬੱਚਿਆਂ ਨੂੰ, ਉਹਨਾਂ ਨੂੰ ਸਕੀਮਾਂ ਸਾਰੀਆਂ ਵੱਖਰੀਆਂ ਨੇ। ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ ਜਾਂ ਬਾਕੀ ਸਕੀਮਾਂ ਇਸ ਤੋਂ ਵੱਖਰੀਆਂ ਨੇ। ਇਸ ਦੇ ਵਿੱਚ ਕੋਈ ਵਖਰੇਵਾਂ, ਕੋਈ ਜਾਤ ਪਾਤ, ਜੋ ਭਿੰਨ ਭਾਤ ਕਿਸੇ ਤਰੀਕੇ ਦਾ ਨਹੀਂ ਹੈ। ਪੰਜਾਬ ਸਰਕਾਰ ਸਪੋਰਟ ਕਰ ਰਹੀ ਹੈ, ਤੁਹਾਨੂੰ ਲੱਗਦਾ ਕਿ ਐਜੂਕੇਸ਼ਨ ਸੈਕਟਰ ਨੂੰ ਜਿਸ ਤਰੀਕੇ ਨਾਲ ਇਸ ਸਮੇਂ ਲੋੜ ਹੈਗੀ ਆ, ਪੰਜਾਬ ਸਰਕਾਰ ਦੀ ਫਾਈਨੈਂਸ਼ੀਅਲ ਸਪੋਰਟ ਦੀ ਜ਼ਰੂਰਤ ਹੈਗੀ ਹੈ, ਪੰਜਾਬ ਸਰਕਾਰ ਸਪੋਰਟ ਕਰ ਰਹੀ ਹੈ ਜਾਂ ਕਿਸ ਤਰੀਕੇ ਨਾਲ ਗੱਲਬਾਤ ਤੁਹਾਡੀ ਚੱਲ ਰਹੀ ਹੈ, ਕਿਉਂਕਿ ਵੱਡੀ ਯੂਨੀਵਰਸਿਟੀ ਹੈ ਤੁਹਾਡੀ ਪੰਜਾਬ? ਮੈਂ ਸਮਝਦਾ ਕਿ ਅਗਰ ਅਸੀਂ ਇਹ ਯੂਨੀਵਰਸਿਟੀਆਂ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਤਾਂ ਇਹ ਪੂਰੇ ਸਮਾਜ ਦੀ ਦੇਣ ਹੈ। ਸਮਾਜ ਦੇ ਵਿੱਚ ਸਰਕਾਰ ਵੀ ਆਉਂਦੀ ਹੈ, ਲੋਕ ਵੀ ਆਉਂਦੇ ਨੇ, ਸੋਸਾਇਟੀ ਐਟ ਲਾਰਜ ਆਉਂਦੀ ਹੈਗੀ ਆ। ਅਗਰ ਸਰਕਾਰ ਮਦਦ ਨਾ ਕਰਦੀ ਹੁੰਦੀ ਤਾਂ ਪੰਜਾਬ ਅੱਜ ਹਾਇਰ ਐਜੂਕੇਸ਼ਨ ਦੇ ਸੈਕਟਰ ਵਿੱਚ ਪੈਰਾਂ ਸਿਰ ਖੜਾ ਨਾ ਹੁੰਦਾ। ਲੇਕਿਨ ਪਾਰਟੀਕਲ ਕੇਸ ਦੇ ਵਿੱਚ ਤੁਸੀਂ ਫਾਈਨਾਂਸ ਦੀ ਗੱਲ ਕਰੋ ਜਾਂ ਬਾਕੀ ਕਰੋ, ਤਾਂ ਸਾਨੂੰ ਸਾਰਿਆਂ ਨੂੰ ਇਸ ਗੱਲ 'ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਦਾ ਖਜ਼ਾਨਾ ਜਿਹੜਾ ਹੈਗਾ ਉਹ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਨੇ ਆਪਣੇ ਖਰਚੇ ਚਲਾਉਣ ਵਾਸਤੇ, ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਾਸਤੇ ਉਹ ਸਾਧਨ ਜਟਾਉਣੇ ਵੀ ਉਹਦੇ ਵਾਸਤੇ ਬੜੇ ਮੁਸ਼ਕਿਲ ਨੇ। ਤੋ ਅਜਿਹੇ ਵਿੱਚ ਬਹੁਤ ਜ਼ਿਆਦਾ ਤਵੱਕੋ ਹੀ ਨਹੀਂ ਰੱਖਦੇ ਅਸੀਂ ਕਿ ਸਰਕਾਰ ਸਾਨੂੰ ਮਾਹੌਲ ਪ੍ਰਦਾਨ ਚੰਗਾ ਕਰ ਰਹੀ, ਅਸੀਂ ਬਹੁਤ ਖੁਸ਼ ਹਾਂ। ਸਰਕਾਰ ਵੱਲੋਂ ਸਾਨੂੰ ਕੰਮ ਕਰਨ ਵਾਸਤੇ ਆਜ਼ਾਦੀ ਦਿੱਤੀ ਜਾ ਰਹੀ ਹੈ, ਸਾਨੂੰ ਕੰਮ ਕਰਨ ਵਾਸਤੇ ਸਪੇਸ ਦਿੱਤੀ ਜਾ ਰਹੀ ਹੈ, ਸਾਡੇ ਵਾਸਤੇ ਪ੍ਰੋਸੈਸ ਜਿਹੜੇ ਨੇ ਉਹ ਸੁਖਾਲੇ ਕੀਤੇ ਜਾ ਰਹੇ ਹੈਗੇ ਨੇ। ਤਾਂ ਮੈਂ ਸਮਝਦਾ ਕਿ ਇਹ ਵੀ ਬਹੁਤ ਵੱਡਾ
ਪੰਜਾਬ ਸਟੇਟ ਪੂਰੇ ਭਾਰਤ ਦੇ ਵਿੱਚੋਂ ਵਾਹਿਦ ਇੱਕ ਸਟੇਟ ਹੈ ਕਿ ਜਿੱਥੇ ਦੇ ਕੰਮ ਕਰਨ ਦਾ ਜਿਹੜਾ ਵਾਤਾਵਰਨ ਹੈ, ਮੈਂ ਐਜੂਕੇਸ਼ਨ ਦੀ ਗੱਲ ਕਰ ਰਿਹਾ, ਉਹ ਬਾਕੀ ਸਟੇਟਾਂ ਦੇ ਮੁਕਾਬਲੇ ਬਹੁਤ ਬਿਹਤਰ ਹੈ, ਬਹੁਤ ਅੱਛਾ ਹੈ, ਬਹੁਤ ਅੱਛਾ ਸਹਿਯੋਗ ਮਿਲ ਰਿਹਾ ਹੈਗਾ ਕਿਸੇ ਮੰਤਰੀ ਲੈਵਲ ਤੇ, ਔਰ ਖਾਸ ਕਰਕੇ ਮੁੱਖ ਮੰਤਰੀ ਜੀ ਤਾਂ ਹਮੇਸ਼ਾ ਹੀ ਬੜੇ ਉਹ ਇਸ ਗੱਲ ਵਾਸਤੇ ਤਤਪਰ ਰਹਿੰਦੇ ਨੇ ਕਿ ਕਿਵੇਂ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨ ਨੇ ਹੋਰ ਬਿਹਤਰ ਕੰਮ ਕਰ ਸਕਣ। ਐਜੂਕੇਸ਼ਨ ਸੈਕਟਰ ਦੇ ਵਿੱਚ ਬਹੁਤ ਸਾਰੇ ਪੈਕੇਜ ਦੀ ਡਿਮਾਂਡ ਅੱਜ ਕੱਲ੍ਹ ਮੰਗੀ ਜਾ ਰਹੀ ਹੈ। ਸਕੂਲ ਲੈਵਲ ਦੀ ਅਗਰ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਕੂਲ ਲੈਵਲ ਦੀਆਂ ਜੋ ਐਸੋਸੀਏਸ਼ਨਸ ਹੈਗੀਆਂ ਜੋ ਉਹ ਵੀ ਲਗਾਤਾਰ ਮੰਗ ਕਰ ਰਹੀਆਂ ਕਿ ਸਾਡੇ ਲਈ ਪੈਕੇਜ ਦਾ ਇੱਕ ਪ੍ਰਬੰਧ ਕੀਤਾ ਜਾਵੇ ਤਾਂ ਕਿ ਅਸੀਂ ਜ਼ਿਆਦਾ ਪ੍ਰੈਸ਼ਰਾਈਜ਼ ਨਾ ਕਰ ਸਕੀਏ ਸਟੂਡੈਂਟਸ ਨੂੰ, ਕਿਉਂਕਿ ਸਟੂਡੈਂਟਸ ਦੇ ਜੋ ਮਾਪੇ ਆ ਜਿਨ੍ਹਾਂ ਨੇ ਫੀਸ ਭਰਨੀ ਆ ਕਿਤੇ ਨਾ ਕਿਤੇ ਉਹ ਅੱਜ ਕੱਲ੍ਹ ਬੇਵੱਸ ਹੈ, ਕਿਉਂਕਿ ਲਗਾਤਾਰ ਕੰਮਕਾਰ ਚੱਲ ਨਹੀਂ ਰਹੇ, ਬੇਰੁਜ਼ਗਾਰੀ ਬਹੁਤ ਆ ਗਈ, ਬਹੁਤ ਜ਼ਿਆਦਾ ਲੋਕ ਇਫੈਕਟਡ ਨੇ ਬੇਰੁਜ਼ਗਾਰੀ ਤੋਂ। ਤਾਂ ਤੁਸੀਂ ਵੀ ਇਸ ਤਰੀਕੇ ਦੇ ਕੋਈ ਪੈਕੇਜ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਨਹੀਂ ਕਰਦੇ, ਜਾਂ ਫਿਰ ਕਿਸ ਤਰੀਕੇ ਨਾਲ? ਮੇਰਾ ਖਿਆਲ ਹੈ ਕੋਈ ਪੈਕੇਜ ਦੀ ਮੰਗ ਨਹੀਂ ਕੀਤੀ ਜਾ ਰਹੀ ਹੈਗੀ। ਬੇਸਿਕਲੀ ਉਹ ਫੀਸਾਂ ਲੈਣ ਦਾ ਮਾਮਲਾ ਸੀਗਾ ਜਿਸ ਦੇ ਵਾਸਤੇ ਸਕੂਲਾਂ ਦਾ ਜਿਹੜਾ ਚੱਲ ਰਹੀ ਸੀ ਗੱਲਬਾਤ, ਲੇਕਿਨ ਹਾਇਰ ਐਜੂਕੇਸ਼ਨ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਬਹੁਤ ਵੱਡੇ ਵਿੱਤੀ ਸੰਕਟ ਦੇ ਵਿੱਚ ਗੁਜ਼ਰ ਰਹੀਆਂ ਹੈਗੀਆਂ ਨੇ। ਬਹੁਤ ਸਾਰੇ ਕਾਲਜਸ ਨੇ ਜਿਹੜੇ ਬੰਦ ਹੋ ਰਹੇ ਆ, ਬੈਂਕਾਂ ਦੇ ਲੋਨ ਉਹਨਾਂ ਦੇ ਖਰਾਬ ਹੋ ਗਏ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਇੱਕ ਭਾਰਤ ਸਰਕਾਰ ਦੀ ਸਕੀਮ ਹੈ ਜਿਸ ਦੇ ਵਿੱਚ ਜਿਹੜੇ SC ਵਿਦਿਆਰਥੀ ਹੈਗੇ ਨੇ ਉਹਨਾਂ ਨੂੰ ਪੂਰੀ ਦੀ ਪੂਰੀ ਫੀਸ ਆ ਉਹ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਲੇਕਿਨ ਹੋਇਆ ਕੀ ਹੈ ਕਿ ਉਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਹੁਣ ਪ੍ਰਾਈਵੇਟ ਸੰਸਥਾਵਾਂ ਜਾਂ ਸਾਰੀ ਸਰਕਾਰੀ ਵੀ ਸੰਸਥਾਵਾਂ ਨੇ ਉਹਨਾਂ ਉੱਪਰ ਸਿੱਟ ਦਿੱਤੀ ਗਈ ਹੈ ਕਿ ਤੁਸੀਂ ਇਹ ਬੱਚਿਆਂ ਨੂੰ ਫ੍ਰੀ ਪੜ੍ਹਾਓ ਜੀ, ਇਹ ਜਦੋਂ ਸਕੀਮ ਦੇ ਪੈਸੇ ਆਉਣਗੇ ਤੁਹਾਨੂੰ ਮਿਲਣਗੇ। ਲੇਕਿਨ ਪਿਛਲੇ 3 ਸਾਲ ਤੋਂ ਇਹ ਚਾਹੇ ਭਾਰਤ ਸਰਕਾਰ ਦੇ ਲੈਵਲ 'ਤੇ ਰੁਕਿਆ ਹੋਇਆ, ਚਾਹੇ ਸਟੇਟ ਲੈਵਲ 'ਤੇ ਰੁਕਿਆ ਹੋਇਆ, 1800 ਕਰੋੜ ਰੁਪਇਆ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਦਾ ਉਹ ਬਕਾਇਆ ਪਿਆ ਸਰਕਾਰ ਵੱਲੋਂ। ਔਰ 1800 ਕਰੋੜ ਰੁਪਇਆ ਬਹੁਤ ਵੱਡੀ ਰਾਸ਼ੀ ਹੈਗੀ ਆ, ਉਹਦੇ ਨਾਲ ਅਧਿਆਪਕਾਂ ਦੀਆਂ ਤਨਖਾਹਾਂ ਚੱਲਣੀਆਂ, ਉਹਦੇ ਨਾਲ ਸਾਰਾ ਸਿਸਟਮ ਚੱਲਣਾ ਹੈ। ਔਰ ਉਹ ਗੈਪ ਇੰਨਾ ਵੱਡਾ ਆ ਗਿਆ ਕਿ ਬਹੁਤ ਸਾਰੀਆਂ ਸੰਸਥਾਵਾਂ ਤਾਂ ਐਸੀਆਂ ਨੇ ਜਿਨ੍ਹਾਂ ਨੂੰ ਬਹੁਤ ਕਈ ਮਹੀਨਿਆਂ ਤੋਂ ਤਨਖਾਹਾਂ ਦੇਣੀਆਂ ਮੁਸ਼ਕਿਲ ਹੋ ਰਹੀਆਂ ਨੇ। ਅਧਿਆਪਕ ਆਪਣੇ ਤੌਰ 'ਤੇ ਡਿਮਾਂਡ ਕਰ ਰਹੇ ਆ, ਉਹਨਾਂ ਨੇ ਆਪਣੇ ਘਰ ਚਲਾਉਣੇ ਆ। ਤਾਂ ਮੈਂ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਜਿਹੜੇ ਬਕਾਇਆ ਪਏ ਨੇ ਪੈਸੇ ਕਾਲਜਾਂ ਦੇ, ਯੂਨੀਵਰਸਿਟੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ, ਉਹ ਦਿੱਤੇ ਜਾਣ। ਕੋਈ ਪੈਕੇਜ ਦੀ ਜ਼ਰੂਰਤ ਨਹੀਂ ਹੈ ਸਾਨੂੰ। ਪੈਕੇਜ ਅਗਰ ਦਿੱਤਾ ਜਾਣਾ ਹੋਵੇ ਤਾਂ ਉਹ ਵਿਦਿਆਰਥੀਆਂ ਨੂੰ ਜ਼ਰੂਰ, ਜਿਵੇਂ ਅਸੀਂ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ, ਅਗਰ ਭਾਰਤ ਸਰਕਾਰ, ਪੰਜਾਬ ਸਰਕਾਰ ਹੋਣਹਾਰ ਵਿਦਿਆਰਥੀਆਂ ਵਾਸਤੇ ਕੋਈ ਫੰਡ ਰੱਖ ਦੇਵੇ। ਹੁਣ 20 ਲੱਖ ਕਰੋੜ ਰੁਪਇਆ ਦਿੱਤਾ, ਅਨਾਊਂਸ ਕੀਤਾ ਗਿਆ ਭਾਰਤ ਸਰਕਾਰ ਵੱਲੋਂ, ਬਹੁਤ ਚੰਗੀ ਗੱਲ ਹੈ। ਇੰਡਸਟਰੀ ਨੂੰ ਦਿੱਤਾ ਗਿਆ, ਬਹੁਤ ਚੰਗੀ ਗੱਲ ਹੈ। ਚਾਹੇ 20 ਕਰੋੜ ਹੋਰ ਦੇ ਦੇਣ, 20 ਲੱਖ ਕਰੋੜ ਹੋਰ ਦੇ ਦੇਣ। ਲੇਕਿਨ ਅਸੀਂ ਆਪਣੇ ਭਵਿੱਖ ਨੂੰ ਬਚਾਉਣ ਵਾਸਤੇ ਕੀ ਕੀਤਾ? ਮੈਂ ਬੇਨਤੀ ਕਰਨੀ ਚਾਹੂੰਗਾ ਭਾਰਤ ਸਰਕਾਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਕਿ ਸਾਡਾ ਭਵਿੱਖ ਸਾਡੇ ਨੌਜਵਾਨ ਹੈ। ਔਰ ਇਸ ਮਹਾਮਾਰੀ ਨਾਲ ਜਿਹੜਾ ਨੁਕਸਾਨ ਹੋਇਆ, ਸਾਡਾ ਵਿੱਤੀ ਨੁਕਸਾਨ ਹੋਇਆ, ਅੱਜ ਅਸੀਂ ਚਾਈਨਾ ਦਾ ਬਦਲਣ ਦੀਆਂ ਗੱਲਾਂ ਕਰਦੇ ਹਾਂ, ਉਹਦੇ ਵਾਸਤੇ ਇਹ ਨੌਜਵਾਨ ਹੀ ਕੁਝ ਕਰ ਸਕਦੇ ਆ। ਗੇਮ ਚੇਂਜਰ ਜਿਹੜਾ ਸਾਡਾ ਫਿਊਚਰ ਹੈ ਉਹ ਸਾਡੇ ਨੌਜਵਾਨ ਹੈਗੇ ਆ। ਅਗਰ ਅਸੀਂ ਇਹਨਾਂ 'ਤੇ ਇਨਵੈਸਟ ਕਰਾਂਗੇ ਅੱਗੇ ਜਾ ਕੇ ਅਸੀਂ ਤਾਂ ਹੀ ਚਾਈਨਾ ਦਾ ਬਦਲ ਬਣਾਂਗੇ। ਅਗਰ ਅਸੀਂ ਪੁਰਾਣੇ ਬਜ਼ੁਰਗਾਂ ਨੂੰ ਦੇਈ ਗਏ ਤੇ ਫਿਰ ਉਹ ਕੁਝ ਨਹੀਂ ਹੋਣ ਵਾਲਾ। ਪੁਰਾਣੇ ਜਿੰਨੇ ਇੰਡਸਟਰੀਲਿਸਟ ਨੇ ਉਹਨਾਂ ਨੇ ਜੋ ਕਰਨਾ ਸੀ ਕਰ ਲਿਆ। ਹੁਣ ਜਿਹੜੇ ਨਵੇਂ ਸਟਾਰਟਅਪਸ ਨੇ, ਨਵੀਆਂ ਇਨੋਵੇਸ਼ਨਸ ਹੈ, ਮੈਂ ਤਾਂ ਚਾਹੂੰਗਾ, ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਸੱਦਾ ਤਾਂ ਦੇ ਕੇ ਦੇਖੋ ਕਿ ਤੁਸੀਂ ਪੰਜਾਬ ਦੀ ਤਕਦੀਰ ਕਿਵੇਂ ਬਦਲ ਸਕਦੇ ਹੋ, ਦੇਸ਼ ਦੀ ਤਕਦੀਰ ਕਿਵੇਂ ਬਦਲ ਸਕਦੇ ਹੋ। ਤਾਂ ਮੈਂ ਬੜੇ ਦਾਅਵੇ ਨਾਲ ਕਹਿੰਦਾ ਕਿ ਨੌਜਵਾਨਾਂ ਦੇ ਆਈਡੀਆਜ਼ ਬਹੁਤ ਕਮਾਲ ਦੇ ਨੇ। ਨੌਜਵਾਨ ਗੇਮ ਚੇਂਜਰ ਹੈ। ਨੌਜਵਾਨ ਇਨੋਵੇਸ਼ਨ ਕਰ ਸਕਦੇ ਆ, ਨਵੇਂ ਤਰ੍ਹਾਂ ਦੇ ਕਾਰੋਬਾਰ ਲੈ ਕੇ ਆ ਸਕਦੇ ਆ। ਅਸੀਂ ਬੜੀ ਆਸਾਨੀ ਦੇ ਨਾਲ ਚਾਈਨਾ ਤੋਂ ਬਿਹਤਰ ਕਰ ਸਕਦੇ ਹਾਂ, ਕਿਉਂਕਿ ਸਾਡਾ ਜਿਹੜਾ ਟੈਲੈਂਟ ਆ ਦੁਨੀਆ ਮੰਨਦੀ ਹੈ, ਪੂਰਾ ਜਿਹੜਾ ਵਿਸ਼ਵ ਮੰਨਦਾ ਹੈ ਕਿ ਭਾਰਤ ਵਰਗੇ ਪ੍ਰੋਫੈਸ਼ਨਲ ਕਿਤੇ ਨਹੀਂ ਹੈਗੇ। ਚੀਨੀਆਂ ਨੂੰ ਤਾਂ ਇੰਗਲਿਸ਼ ਨਹੀਂ ਬੋਲਣੀ ਆਉਂਦੀ, ਨਾ ਹੀ ਬੋਲਣਾ ਚਾਹੁੰਦੇ ਹੈ। ਤਾਂ ਸਾਡੇ ਕੋਲ ਬਹੁਤ ਪੋਟੈਂਸ਼ੀਅਲ ਹੈ, ਲੇਕਿਨ ਸਾਨੂੰ ਇੱਕ ਇਨਵਾਇਰਨਮੈਂਟ ਦੇਣ ਦੀ, ਇੱਕ ਭਰੋਸਾ ਪੈਦਾ ਕਰਨ ਦੀ ਮੈਂ ਸਮਝਦਾ ਉਹ ਇਸ ਤੋਂ ਹੋਰ ਵੱਡੀ ਗੱਲ ਹੈ। ਅੱਜ ਨੌਜਵਾਨ ਬਾਹਰ ਕਿਉਂ ਜਾ ਰਿਹਾ? ਨੌਜਵਾਨ ਇੱਥੇ ਕਿਉਂ ਨਹੀਂ ਟਿਕ ਰਿਹਾ? ਕਿਉਂਕਿ ਭਰੋਸਾ ਉੱਠ ਗਿਆ। ਉਹ ਭਰੋਸੇ ਯੋਗਤਾ ਪੈਦਾ ਕਰਨ ਦੀ ਲੋੜ ਹੈ ਤਾਂ ਕਿ ਉਹ ਨੌਜਵਾਨ ਜਿਹੜਾ ਬਾਹਰ ਜਾ ਕੇ, ਅੱਜ ਗੂਗਲ ਨੂੰ ਲੀਡ ਕੌਣ ਕਰ ਰਿਹਾ? ਮਾਈਕਰੋਸਾਫਟ ਨੂੰ ਲੀਡ ਕੌਣ ਕਰ ਰਿਹਾ? ਹਿੰਦੁਸਤਾਨ ਨਹੀਂ ਕਰ ਰਹੇ, ਇੰਡੀਅਨ ਕਰ ਰਹੇ ਆ। ਅਤੇ ਕਿਉਂ ਨਹੀਂ ਅਸੀਂ ਉਹਨਾਂ ਨੂੰ ਵਾਤਾਵਰਨ ਇੱਥੇ ਦਿੰਦੇ ਹੈਗੇ? ਅਸੀਂ ਕਿਉਂ ਨਹੀਂ ਬਣ ਸਕਦੇ ਹੈਗੇ? ਤਾਂ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਅਸੀਂ ਬਾਕੀ ਸਾਰੀਆਂ ਚੀਜ਼ਾਂ ਦੀ ਭਰਪਾਈ ਹੋ ਜਾਣੀ ਆ, ਲੇਕਿਨ ਜਿਹੜਾ ਭਵਿੱਖ ਉਹਦੀ ਭਰਪਾਈ ਨਹੀਂ ਹੋਣੀ। ਉਹਦੇ ਵਾਸਤੇ ਜ਼ਰੂਰੀ ਹੈ ਕਿ ਅੱਜ ਚੰਡੀਗੜ੍ਹ ਯੂਨੀਵਰਸਿਟੀ ਨਿਮਾਣਾ ਯਤਨ ਕੀਤਾ, ਸਾਰੇ ਮਿਲ ਕੇ ਕਰੀਏ, ਬਾਕੀ ਸੰਸਥਾਵਾਂ ਵੀ ਕਰਨ, ਸਰਕਾਰ ਵੀ ਕਰੇ, ਔਰ ਅਸੀਂ ਇਹ ਤਹੀਆ ਕਰ ਲਈਏ ਕਿ ਕੋਈ ਵੀ ਐਸਾ ਨੌਜਵਾਨ ਬੱਚਾ ਪੜ੍ਹਾਈ ਤੋਂ ਵਾਂਝਾ ਨਾ ਰਹਿ ਜਾਵੇ ਜਿਸ ਦੇ ਵਿੱਚ ਪੋਟੈਂਸ਼ੀਅਲ ਹੈ। ਪਤਾ ਨਹੀਂ ਕਿਹੜੇ ਬੱਚੇ ਨੇ ਕੱਲ੍ਹ ਨੂੰ ਅਬਦੁਲ ਕਲਾਮ ਬਣ ਜਾਣਾ, ਪਤਾ ਨਹੀਂ ਕਿਹੜੇ ਬੱਚੇ ਨੇ ਕੱਲ੍ਹ ਨੂੰ ਰਤਨ ਟਾਟਾ ਬਣ ਜਾਣਾ।
ਤੁਸੀਂ ਬੜੀ ਵਾਜਬ ਗੱਲ ਕਹੀ ਹੈ ਕਿ ਪੰਜਾਬ ਦੇ ਬੱਚਿਆਂ ਦੇ ਵਿੱਚ ਹੁਨਰ ਹੈ, ਇੱਕ ਕੈਲੀਬਰ ਹੈਗਾ, ਉਹ ਕਰ ਸਕਦੇ ਆ ਹਰ ਚੀਜ਼। ਲੇਕਿਨ ਇੱਕ ਤੁਸੀਂ ਬਹੁਤ ਵੱਡੀ ਯੂਨੀਵਰਸਿਟੀ ਚਲਾਉਣੀ ਆ, ਬਹੁਤ ਜ਼ਿਆਦਾ ਸਟੂਡੈਂਟ ਤੁਹਾਡੇ ਕੋਲ ਪੜ੍ਹਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਐਜੂਕੇਸ਼ਨ ਸੈਕਟਰ ਨੂੰ ਕਿੱਥੇ ਦੇਖਦੇ ਹੋ ਤੁਸੀਂ? ਕੀ ਲੱਗਦਾ, ਕੀ ਤੁਹਾਡੀ ਅਸੈਸਮੈਂਟ ਹੈਗੀ ਹੈ ਕਿ ਕਿੱਧਰ ਨੂੰ ਜਾ ਰਿਹਾ ਆਉਣ ਵਾਲਾ ਸਮਾਂ ਜਿਹੜਾ ਐਜੂਕੇਸ਼ਨ ਸੈਕਟਰ? ਬੜਾ ਵਾਜਬ ਸਵਾਲ ਤੁਸੀਂ ਕੀਤਾ ਜੀ। ਸਾਡੀਆਂ ਅੱਖਾਂ ਖੁੱਲ੍ਹ ਚੁੱਕੀਆਂ ਜਦੋਂ ਦਾ ਗਲੋਬਲਾਈਜੇਸ਼ਨ ਹੋਈ ਆ, ਵਿਸ਼ਵੀਕਰਨ ਹੋਇਆ, ਸਾਨੂੰ ਅਹਿਸਾਸ ਹੋ ਚੁੱਕਿਆ ਹੈ ਕਿ ਅਸੀਂ ਕਿੱਥੇ ਖੜੇ ਹਾਂ। ਅਸੀਂ ਬਹੁਤ ਪਿੱਛੇ ਸੀ, ਲੇਕਿਨ ਹੁਣ ਸਮਾਂ ਦੂਰ ਨਹੀਂ ਹੈ ਕਿ ਜਦੋਂ ਅਸੀਂ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਆਵਾਂਗੇ। ਮੈਂ ਬਹੁਤ ਛੋਟੀ ਯੂਨੀਵਰਸਿਟੀ ਚਲਾ ਰਿਹਾ, ਬੜੀ ਯੰਗ ਸੰਸਥਾ ਹੈ, ਲੇਕਿਨ ਮੈਂ ਬੜਾ ਕੌਨਫੀਡੈਂਟ ਹੈ ਕਿ ਆਉਣ ਵਾਲੇ 10 ਸਾਲਾਂ 'ਚ ਚੰਡੀਗੜ੍ਹ ਯੂਨੀਵਰਸਿਟੀ ਵਰਲਡ ਦੀਆਂ ਟੌਪ 200 ਯੂਨੀਵਰਸਿਟੀਆਂ ਦੇ ਵਿੱਚ 110% ਉਸ ਦੇ ਵਿੱਚ ਸ਼ੁਮਾਰ ਹੋਣ ਵਾਲੀ ਹੈ। ਮੈਂ ਓਵਰਆਲ ਐਜੂਕੇਸ਼ਨ ਸੈਕਟਰ ਦੀ ਗੱਲ ਕਰ ਰਿਹਾ। ਤੁਹਾਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਆਨਲਾਈਨ ਸਟੱਡੀ ਵੱਲ ਵੱਧ ਰਿਹਾ? ਇਸ ਦੀ ਬਹੁਤ ਮਹੱਤਤਾ ਹੋ ਜਾਣੀ ਆਨਲਾਈਨ ਸਟੱਡੀ ਦੀ, ਜਿਹੜੀ ਘਰ ਬੈਠਿਆਂ ਜਿਸ ਤਰੀਕੇ ਨਾਲ ਹੁਣ ਵੀ ਚੱਲ ਰਹੀ ਆ। ਤਾਂ ਆਨਲਾਈਨ ਸਟੱਡੀ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਨਲਾਈਨ ਸਟੱਡੀ ਹੈ ਜਿਹੜੀ ਕਿੱਥੋਂ ਤੱਕ ਵੱਧ ਸਕਦੀ ਹੈ? ਦੇਖੋ, ਮੈਂ ਸਮਝਦਾ ਕਿ ਕਿਸੇ ਵੀ ਅਦਾਰੇ ਨੂੰ, ਕਿਸੇ ਵੀ ਖੇਤਰ ਨੂੰ ਸਮੇਂ ਦਾ ਹਾਣੀ ਹੋਣਾ ਬੜਾ ਜ਼ਰੂਰੀ ਹੈ। ਸਮੇਂ ਦਾ ਹਾਣ ਕੀ ਹੈ ਅੱਜ? ਟੈਕਨੋਲੋਜੀ। ਤਾਂ ਸਮੇਂ ਦੇ ਹਾਣ ਦੀ ਟੈਕਨੋਲੋਜੀ ਦਾ ਯੂਜ਼ ਕਰਨਾ ਸਦ ਉਪਯੋਗ। ਅਸੀਂ ਦੁਰਉਪਯੋਗ ਤਾਂ ਬਹੁਤ ਕਰ ਰਹੇ ਹਾਂ। ਸਾਡਾ ਸਕਰੀਨ ਟਾਈਮ ਅੱਜ ਬਹੁਤ ਸਾਰੇ ਕਈ ਇਸ ਗੱਲ 'ਤੇ ਇਤਰਾਜ਼ ਉਠਾਉਂਦੇ ਜੀ ਕਿ ਆਨਲਾਈਨ ਤਾਂ ਸਿਹਤ ਵਾਸਤੇ ਚੰਗਾ ਨਹੀਂ ਹੈ। ਤਾਂ ਸਾਡਾ ਸਕਰੀਨ ਟਾਈਮ ਤਾਂ ਬਿਨਾਂ ਪੜ੍ਹਾਈ ਤੋਂ, ਅਜੇ ਪੜ੍ਹਾਈ ਨਹੀਂ ਸ਼ੁਰੂ ਕੀਤੀ, ਸਾਡਾ ਸਕਰੀਨ ਟਾਈਮ ਪੂਰੀ ਦੁਨੀਆ ਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਡੀਅਨਸ ਦਾ। ਚਾਹੇ ਉਹ ਬਜ਼ੁਰਗ ਹੈ, ਚਾਹੇ ਉਹ ਬੱਚਾ ਹੈ, ਉਹ ਕਿੰਨਾ ਸਕਰੀਨ ਦੇਖਦਾ, ਕਿੰਨਾ WhatsApp ਖੋਲ੍ਹਦਾ, ਐਂਟਰਟੇਨਮੈਂਟ ਸਾਈਟਸ ਸਭ ਤੋਂ ਜ਼ਿਆਦਾ। ਅਸੀਂ ਟਾਈਮ ਵੇਸਟ ਕਰ ਰਹੇ ਹਾਂ। ਅਗਰ ਅਸੀਂ ਪੜ੍ਹਾਈ ਵਾਸਤੇ ਲਗਾਵਾਂਗੇ ਤਾਂ ਇਹ ਵੇਸਟ ਨਹੀਂ ਹੈ। ਅਸੀਂ ਬਾਕੀ ਚੀਜ਼ਾਂ 'ਤੇ ਕੰਟਰੋਲ ਕਰੀਏ। ਅਸੀਂ ਪੜ੍ਹਾਈ 'ਤੇ ਆ ਕੇ ਕਿਉਂ ਕੰਪਰੋਮਾਈਜ਼ ਕਰਦੇ ਹਾਂ? ਅੱਜ ਬਹੁਤ ਸਾਰੇ ਹੱਲਾ ਗੁੱਲਾ ਕਰਨ ਲੱਗ ਗਏ ਜੀ, ਤਾਂ ਸਿਹਤ 'ਤੇ ਕੰਪਰੋਮਾਈਜ਼ ਹੋ ਗਿਆ। ਭਾਈ ਪਹਿਲਾਂ ਤਾਂ ਕਿਸੇ ਨੇ ਨੋਟ ਨਹੀਂ ਕੀਤਾ, ਕਿਸੇ ਨੇ ਕਦੀ ਕੋਈ ਖਬਰ ਲੱਗੀ ਹੈ ਕਿ ਸਾਡੇ ਇੰਡੀਅਨ ਦਾ ਸਕਰੀਨ ਟਾਈਮ ਕੀ ਹੈਗਾ? ਪੂਰੀ ਦੁਨੀਆ ਦੇ ਵਿੱਚੋਂ ਨੰਬਰ 1 ਤੇ ਇੰਡੀਅਨ ਦਾ ਸਕਰੀਨ ਟਾਈਮ ਆ। ਤੁਸੀਂ 24 ਘੰਟਿਆਂ 'ਚੋਂ ਕਈ ਲੋਕ ਤਾਂ 18 ਘੰਟੇ ਸਕਰੀਨ ਦੇਖੀ ਜਾਂਦੇ ਆ। ਭਾਰਤ ਪਿੰਡਾਂ ਦਾ ਦੇਸ਼ ਹੈਗਾ। ਪਿੰਡਾਂ ਦੇ ਵਿੱਚ ਜ਼ਿਆਦਾਤਰ ਲੋਕ ਖੇਤੀ ਤੋਂ ਇਲਾਵਾ ਬਾਕੀ ਦਿਨਾਂ 'ਚ ਵਿਹਲੇ ਰਹਿੰਦੇ ਆ, ਤਾਂ ਫਿਰ ਮੋਬਾਈਲ ਹੀ ਚੱਲਦਾ ਸਾਰਾ। ਸਵਾਲ ਵਿਹਲੇ ਦਾ ਨਹੀਂ ਜੀ, ਤੁਸੀਂ ਸੈਕਟਰੀਏਟ ਜਾ ਕੇ ਦੇਖ ਲਓ। ਅੱਜ ਤੇ ਗੱਲ ਕੀਤੀ ਦੂਰ ਤੱਕ ਜਾਂਦੀ ਹੈ। ਮੀਡੀਆ 'ਤੇ ਬੋਲਣਾ ਬੜਾ ਵੀ ਆਪਣੇ ਆਪ ਸੰਕੋਚ ਨਾਲ ਬੋਲਣਾ ਚਾਹੀਦਾ। ਤੁਸੀਂ ਕਿਸੇ ਦਫ਼ਤਰ ਵੜ ਕੇ ਦੇਖੋ ਕੀ ਹੋ ਰਿਹਾ, ਕਿਸੇ ਬਿਜ਼ਨਸ ਜਾ ਕੇ ਦੇਖੋ ਕੀ ਹੋ ਰਿਹਾ। ਜਦੋਂ ਮੌਕਾ ਮਿਲਦਾ ਸੀ ਆਪਣਾ WhatsApp ਖੋਲ੍ਹ ਲੈਂਦੇ ਹਾਂ, ਜਦੋਂ ਮੌਕਾ ਮਿਲਦਾ ਸਕਰੀਨ ਖੋਲ੍ਹ ਲੈਂਦੇ ਹਾਂ। ਤਾਂ ਮੈਂ ਸਮਝਦਾ ਕਿ ਸਮੇਂ ਦੇ ਹਾਣ ਦਾ ਹੋ ਕੇ ਤਾਂ ਚੱਲਣਾ ਬੜਾ ਜ਼ਰੂਰੀ ਹੈ। ਔਰ ਆਨਲਾਈਨ ਜਿਹੜੀ ਲਰਨਿੰਗ ਹੈ, ਇਹਨੂੰ ਅਸੀਂ ਮਜ਼ਾਕ ਨਾ ਬਣਾ ਲਈਏ। ਆਨਲਾਈਨ ਐਜੂਕੇਸ਼ਨ ਕੋਈ ਸੌਖਾ ਕੰਮ ਨਹੀਂ ਹੈ। ਨਾਰਮਲ ਐਜੂਕੇਸ਼ਨ ਤੋਂ ਜ਼ਿਆਦਾ ਖਰਚਾ ਹੈ, ਉੱਥੇ ਜ਼ਿਆਦਾ ਇਨਵੈਸਟਮੈਂਟ ਹੈ। ਕਿਉਂਕਿ ਸਭ ਤੋਂ ਜ਼ਰੂਰੀ ਹੈ ਕਿ ਆਨਲਾਈਨ ਐਜੂਕੇਸ਼ਨ ਦਾ ਮਕਸਦ ਨਹੀਂ ਕਿ ਤੁਸੀਂ ਕਿਸੇ ਨੂੰ ਜ਼ੂਮ 'ਤੇ ਕਲਾਸ ਲੈ ਲਈ, ਤੁਸੀਂ ਕਿਸੇ ਨੂੰ ਵੀਡੀਓ ਦਿਖਾਤਾ। ਆਨਲਾਈਨ ਐਜੂਕੇਸ਼ਨ ਵਰਚੁਅਲ ਕੈਂਪਸ ਦਾ ਐਕਸਪੀਰੀਅੰਸ ਹੈ। ਬੇਸਿਕਲੀ ਬਲੈਂਡਡ ਲਰਨਿੰਗ ਜਿਹੜੀ ਆ, ਉਹ ਸਮੇਂ ਦੇ ਹਾਣ ਦੀ ਗੱਲ ਹੈਗੀ ਅੱਜ। ਬਲੈਂਡਡ ਲਰਨਿੰਗ ਦੇ ਵਿੱਚ ਸਾਰੀ ਤਰ੍ਹਾਂ ਦਾ ਐਕਸਪੀਰੀਅੰਸ ਸ਼ਾਮਲ ਹੈ। ਔਰ ਚੰਡੀਗੜ੍ਹ ਯੂਨੀਵਰਸਿਟੀ ਨੇ ਵਰਚੁਅਲ ਕੈਂਪਸ ਦੇ ਵਾਸਤੇ ਜਿਹੜਾ ਵਰਲਡ ਦਾ ਬੈਸਟ, ਜਿਹੜਾ ਟੌਪ ਲਰਨਿੰਗ ਮੈਨੇਜਮੈਂਟ ਸਿਸਟਮ ਹੈ, ਉਹ ਕਰੋੜਾਂ ਰੁਪਏ ਕੋਸਟ ਹੈ ਉਹਦੀ, ਉਹ ਅਸੀਂ ਲੈ ਲਿਆ ਹੈਗਾ। ਔਰ ਉਸ ਦੇ ਨਾਲ ਅਸੀਂ ਸਟੂਡੀਓ ਬਣਾ ਲਿਆ, ਕਿਉਂਕਿ ਟੀਚਰਾਂ ਦੀ ਟ੍ਰੇਨਿੰਗ ਤੇ ਸਟੂਡੀਓ ਕੰਟੈਂਟ, ਤੁਸੀਂ ਮੀਡੀਆ ਗੱਲ ਕਰਦੇ ਹੋ, ਉਹ ਵੀ ਮੀਡੀਆ ਹੈ। ਇਲੈਕਟ੍ਰੋਨਿਕ ਮੀਡੀਆ ਹੀ ਹੈ। ਵਰਚੁਅਲ ਕੈਂਪਸ ਦੇ ਵਿੱਚ ਬੱਚਾ ਲੈਬ ਲਗਾ ਸਕਦਾ, ਬੱਚਾ ਕਲਾਸ ਲਗਾ ਸਕਦਾ, ਬੱਚਾ ਈਵਨ ਕਿ ਈ ਸਪੋਰਟਸ ਤੱਕ ਦੀ ਉਹਦੇ 'ਚ ਪ੍ਰੋਵੀਜ਼ਨ ਹੈ ਕਿ ਬੱਚੇ ਦੇ ਵਾਸਤੇ ਅਗਰ ਉਹ ਬੋਰ ਹੋ ਰਿਹਾ ਹੈ, ਫੁੱਲ ਟਾਈਮ ਪੜ੍ਹਾਈ ਨਹੀਂ ਹੋ ਸਕਦੀ, ਤੇ ਉਸ ਦੇ ਵਾਸਤੇ ਪ੍ਰੋਵੀਜ਼ਨ ਹੈ ਕਿ ਬੱਚਾ ਉੱਥੇ ਸਪੋਰਟਸ ਵੀ ਕਰ ਸਕੇ। ਰਾਈਟ, ਧੰਨਵਾਦ ਸਰ ਗੱਲਬਾਤ ਕਰਨ ਲਈ। ਬੜੀ ਅਹਿਮ ਤੁਸੀਂ ਜ਼ਿੰਮੇਵਾਰੀ ਨਿਭਾ ਰਹੇ ਹੋ ਐਜੂਕੇਸ਼ਨ ਸੈਕਟਰ ਦੇ ਵਿੱਚ। ਸ਼ੁਭ ਕਾਮਨਾਵਾਂ। ਥੈਂਕ ਯੂ ਸੋ ਮਚ। ਆਉਣ ਵਾਲੇ ਸਮੇਂ ਦੇ ਵਿੱਚ ਇਸ ਸਕੀਮ ਦਾ ਜਿਹੜਾ ਲਾਭ ਹੈ ਉਹ ਸਟੂਡੈਂਟਸ ਨੂੰ ਮਿਲਣ ਵਾਲਾ ਹੈ। ਹਾਲਾਂਕਿ ਕਿਸ ਤਰੀਕੇ ਨਾਲ ਮਿਲਦਾ ਹੈ ਆਉਣ ਵਾਲਾ ਸਮਾਂ ਦੱਸੇਗਾ, ਲੇਕਿਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਕੀਮ ਦਾ ਜ਼ਿਆਦਾਤਰ ਸਟੂਡੈਂਟਸ ਨੂੰ ਲਾਭ ਹੋਏਗਾ। ਕੈਮਰਾਮੈਨ ਦੀਪਕ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ TV, ਚੰਡੀਗੜ੍ਹ। ऑल वर्ल्ड ओपन चैलेंज 17 गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। ਦੁੱਖ ਇਸ ਗੱਲ ਦਾ ਨਹੀਂ ਸੀ ਕਿ ਉਹ ਮੈਨੂੰ ਛੱਡ ਕੇ ਜਾ ਰਹੀ ਸੀ। ਦੁੱਖ ਤਾਂ ਬਸ ਇਸ ਗੱਲ ਦਾ ਸੀ ਕਿ ਇੰਨੇ ਸਾਲਾਂ ਤੋਂ ਆਪਾਂ ਨਾਲ ਸੀ, ਪਰ ਮੈਂ ਕਦੇ ਆਪਣੇ ਦਿਲ ਦੀਆਂ ਗੱਲਾਂ ਨਹੀਂ ਉਹਦੇ ਨਾਲ ਸਾਂਝੀਆਂ ਕਰ ਸਕਿਆ।